ਗੰਦਮ ਜਿਹੜੀ ਹੈਗੀ ਹੈ ਨਾ ਜੀ ਜੀ ਇਹ ਇੱਕ ਮਾਂ ਹੈ ਫਸਲਾਂ ਦੀ। ਕੀ ਹੈ? ਮਾਂ ਹੈ। ਠੀਕ ਹੈ ਜੀ। ਤੇ ਜਦੋਂ ਮਾਂ ਡੁੱਬਦੀ ਹੋਵੇ, ਜਿੰਨੀ ਕਣਕ ਐਰਕੀ ਬੀਜੀ ਹੈ ਪਿਛਲੇ ਸਾਲ ਨਾਲੋਂ ਐਰਕੀ 25% ਦੀ ਕਣਕ ਦੀ ਘੱਟ ਬਿਜਾਈ ਹੋਈ ਤੇ 25% ਵੈਸੇ ਘੱਟ ਗਈ ਕਣਕ, ਝਾੜ ਘੱਟ ਗਿਆ ਕਣਕ ਦਾ। ਜਿਹੜੇ ਆ ਤਨਜ਼ੀਮ ਵਾਲੇ ਦੋ ਹੈ, ਖਾਲਦ ਖੋਖਰ ਹੈ ਦੂਸਰਾ, ਦੋ ਬੰਦੇ ਹੁਣ ਕੋਈ 2-3 ਹੁਕੂਮਤ ਵਾਲੇ ਬਹਿਣ ਤੇ ਇਹ ਮੁਤਫਿਕਾ ਜਿਹਾ ਫੈਸਲਾ ਕਰਕੇ ਨਾ ਇੱਕ ਸ਼ੋਸ਼ਾ ਜਿਹਾ ਛੱਡ ਦੇਣ। ਜਿਵੇਂ ਆਹ ਲੈਟਰ ਦਾ ਸ਼ੋਸ਼ਾ, ਆ ਵੀ ਤਾਂ ਸ਼ੋਸ਼ਾ ਹੀ ਹੈ ਨਾ, ਇਸ ਤਰ੍ਹਾਂ ਇੱਕ ਸ਼ੋਸ਼ਾ ਜਿਹਾ ਛੱਡ ਦੇਣ ਤਾਂ ਕਿ ਮਾਰਕੀਟ ਜਿਹੜੀ ਆ ਕੀ ਹੋ ਜੇ, ਥੋੜੀ ਜਿਹੀ ਸਟੇਬਲ ਹੋ ਜੇ। ਨਹੀਂ ਤੇ ਜ਼ਿਮੀਦਾਰ ਮਰ ਜੂਗਾ। ਜ਼ਿਮੀਦਾਰ ਵਿਚਾਰੇ ਨੇ ਪੈਸੇ ਦੇਣੇ ਆ, ਖਾਦਾਂ ਵਾਲਿਆਂ ਨੇ ਦੇਣੇ ਆ, ਬੈਂਕਾਂ ਦੇ ਕਾਰਡਾਂ ਦੇ ਪੈਸੇ ਦੇਣੇ ਆ। 100% ਪਿਛਲੇ ਸਾਲ ਨਾਲੋਂ ਝਾੜ ਘੱਟ ਹੈ। ਇਹ ਜ਼ਿਮੀਦਾਰ ਮੰਨਣਗੇ ਇਸ ਗੱਲ ਨੂੰ। 25% ਪਹਿਲਾਂ ਹੀ ਘੱਟ ਬੀਜੀ ਗਈ, 25% ਝਾੜ ਘੱਟ ਗਿਆ, ਬਾਕੀ ਰਹਿ ਗਈ 50%। ਠੀਕ ਹੈ ਜੀ। ਹੁਣ ਇਹਨਾਂ ਕੋਲ ਗੰਦਮ ਬੇਬਾ ਪਈ ਹੈ, ਹਜੇ ਤੱਕ ਅਗਲੇ ਸਾਲ ਦੀ ਵੀ ਗੰਦਮ ਪਈ ਹੈ ਇਹਨਾਂ ਕੋਲ ਭਾਈ। ਗਦਾਮ ਜਿਹੜੇ ਆ ਨਾ ਫੁੱਲ ਹੈ। ਇੰਜੀ ਗੱਲ ਹੈ। ਠੀਕ ਹੈ ਜੀ। ਇਸ ਤੋਂ ਜਿਹੜੀ ਪੁਰਾਣੀ ਪਈ ਹੈ ਖੁਦਾ ਵਾਸਤੇ ਉਹਨਾਂ ਨੂੰ ਦਿਓ, ਅਫਗਾਨੀਆਂ ਨੂੰ ਦਿਓ। ਇਹਨਾਂ ਜ਼ਿਮੀਦਾਰਾਂ ਦਾ ਮਾੜਾ ਲੱਕ ਸਿੱਧਾ ਕਰੋ। ਇਹਨਾਂ ਦਾ ਲੱਕ ਲੁੱਕ ਦਰਦ ਕਰਦਾ ਜੀ, ਆਪਣਾ ਤਾਂ ਹੁਣ ਲੱਕ ਪੀੜ ਕਰਦਾ ਭਾਈ। ਮੈਂ ਮਜ਼ਾਕ ਨਹੀਂ ਕਰਦਾ, ਸੀਰੀਅਸ ਗੱਲ ਆ। ਹੁਣ ਤੁਰਿਆ ਨਹੀਂ ਜਾਂਦਾ, ਜਿੱਧਰ ਨੂੰ ਜਾਣਾ ਉਧਰ ਪੈਸੇ ਮੰਗਦੇ ਨੇ। ਬਾਕੀ ਫੌਜੀ ਸਾਹਿਬ ਜਿਹੜੀ ਕਣਕ ਹੈ ਨਾ, ਇਹ ਹਰ ਕਿਸੇ ਨੇ ਖਾਣੀ ਹੈ। ਬਾਕੀ ਚੀਜ਼ਾਂ ਹੁੰਦੀਆਂ ਨੇ, ਨਹੀਂ ਬੰਦਾ ਖਾਂਦਾ ਤੇ ਕਦਾ ਰੋਟੀ ਤੋਂ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ ਹੈਗਾ। ਰੋਟੀ ਖਾਣ ਤੋਂ ਬਗੈਰ ਨੀਂਦਰ ਵੀ ਨਹੀਂ ਹੁੰਦੇ ਨਵਾਂ ਦੀ। ਦੂਸਰੇ ਨੰਬਰ ਤੇ ਗੱਲ ਇਹ ਹੈ ਵੀ ਹੁਣ ਕਣਕਾਂ ਜਿਹੜੀ ਕਣਕ ਹੈ ਇਹਦੇ ਤੇ 101 ਜੱਟ ਨੂੰ ਆਸ ਹੈ। ਜੇ ਕੋਈ ਕਿਸੇ ਨੂੰ ਠੇਕਾ ਦੇਣਾ ਸਿੱਟੇ ਮਰੋੜ ਕੇ, ਕੋਈ ਟਰੈਕਟਰ ਦਾ ਕੰਮ ਕਰਾਉਣਾ ਹੈ, ਕੋਈ ਖਾਦ ਵਾਲਿਆਂ ਨੂੰ ਦੇਣੇ ਨੇ, ਕੋਈ ਬੀਜ ਵਾਲਿਆਂ ਨੂੰ ਦੇਣੇ ਨੇ, ਤੇ ਜੇ ਇਹਦਾ ਆਪਦਾ ਹੀ ਖਾਤਾ ਨਾ ਪੂਰਾ ਹੋਇਆ, ਜ਼ਿਮੀਂਦਾਰ ਤੇ ਮਰ ਗਿਆ, ਸੋਚਾਂ ਨਾਲ ਮਰ ਗਿਆ, ਕੋਈ ਆੜਤੀਆਂ ਨੇ ਮਾਰਤਾ, ਕੋਈ ਸੱਜੇ ਖੱਬੇ ਮਰ ਗਿਆ, ਉਹ ਤੇ ਮਰ ਗਿਆ, ਫਿਰ ਉੱਠਿਆ ਹੀ ਨਹੀਂ ਜਾਣਾ। ਹੁਣ ਕਈ ਬੰਦੇ ਐਸੇ ਨੇ ਜਿਨ੍ਹਾਂ ਆਪਣੇ ਟਰੈਕਟਰ ਵੇਚ ਕੇ, ਆਪਣੇ ਜ਼ਰੀ ਲੱਦ ਵੇਚ ਕੇ ਠੇਕਾ ਦਿੱਤਾ ਹੈ। ਚਲੋ ਯਾਰ ਕਣਕ ਦੇ ਤੀਦੇ ਮਰੋੜਾਂ ਦੇ ਤੇ ਉਹਨਾਂ ਨੂੰ ਪੈਸੇ ਦੇ ਕੇ ਟਰੈਕਟਰ ਫਿਰ ਲੈ ਲਾਂਦੇ, ਤੇ ਉਹ ਜਿਹੜੀ ਗੱਲ ਉਹ ਦਿਸਦੀ ਹੀ ਨਹੀਂ ਪਈ। ਇੱਥੇ ਖਾਦ ਤੇ ਬੀਜ ਤੇ ਠੇਕਾ ਪੂਰਾ ਹੋ ਜਾਵੇ ਤੇ ਜਿਹੜੇ ਓਡਾ ਮਾਰ ਗਏ ਨੇ ਉਹ ਪੂਰਾ ਹੋ ਗਿਆ, ਤੇ ਮੈਂ ਨਾ ਬੜੀ ਗੱਲ ਜੋ ਹਾਲਾਤ ਨੇ। ਚੁੱਪ ਕਰਕੇ ਨਾ 2-3 ਬੰਦੇ 2-3 ਇਹ ਬਹਿ ਜਾਣ। ਜਿਹੜੇ ਆ ਤਨਜ਼ੀਮ ਵਾਲੇ ਦੋ ਹੈ, ਖਾਲਦ ਖੋਖਰ ਹੈ ਦੂਸਰਾ, ਦੋ ਬੰਦੇ ਹੁਣ ਕੋਈ 2-3 ਹੁਕੂਮਤ ਵਾਲੇ ਬਹਿਣ ਤੇ ਇਹ ਮੁਤਫਿਕਾ ਜਿਹਾ ਫੈਸਲਾ ਕਰਕੇ ਨਾ ਇੱਕ ਸ਼ੋਸ਼ਾ ਜਿਹਾ ਛੱਡ ਦੇਣ। ਜਿਵੇਂ ਆਹ ਲੈਟਰ ਦਾ ਸ਼ੋਸ਼ਾ, ਆ ਵੀ ਤਾਂ ਸ਼ੋਸ਼ਾ ਹੀ ਹੈ ਨਾ, ਇਸ ਤਰ੍ਹਾਂ ਇੱਕ ਸ਼ੋਸ਼ਾ ਜਿਹਾ ਛੱਡ ਦੇਣ ਤਾਂ ਕਿ ਮਾਰਕੀਟ ਜਿਹੜੀ ਆ ਕੀ ਹੋ ਜੇ, ਥੋੜੀ ਜਿਹੀ ਸਟੇਬਲ ਹੋ ਜੇ। ਨਹੀਂ ਤੇ ਜ਼ਿਮੀਦਾਰ ਮਰ ਜੂਗਾ। ਜ਼ਿਮੀਦਾਰ ਵਿਚਾਰੇ ਨੇ ਪੈਸੇ ਦੇਣੇ ਆ, ਖਾਦਾਂ ਵਾਲਿਆਂ ਨੇ ਦੇਣੇ ਆ, ਬੈਂਕਾਂ ਦੇ ਕਾਰਡਾਂ ਦੇ ਪੈਸੇ ਦੇਣੇ ਆ। 100 ਸਿਆਪੇ ਆ ਜ਼ਿਮੀਦਾਰ ਨੂੰ। ਬੱਚਿਆਂ ਦੀਆਂ ਫੀਸਾਂ ਹੈ, ਇਹ ਵੀ ਵਿਚਾਰੇ ਯਤੀਮ ਜਿਹੇ ਨਹੀਂ ਹੈਗੇ, ਇਹ ਵੀ ਵਿਚਾਰੇ ਪੜ੍ਹਦੇ ਪੜਾਉਂਦੇ ਆ। ਸਾਡਾ ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਹੈ, ਅਸੀਂ ਵੀ ਫੀਸਾਂ ਦਿੰਨੇ ਆ, ਗਰੀਬ ਲੋਕ ਆ ਅਸੀਂ। ਅੱਛਾ ਫੌਜੀ ਸਾਹਿਬ, ਇੱਕ ਸਵਾਲ ਸਿਰਫ ਆਖਰੀ ਕਰਕੇ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ। ਇਹ ਤੁਹਾਨੂੰ ਕੀ ਸ਼ੱਕ ਮਹਿਸੂਸ ਹੁੰਦਾ ਕਿ ਐਰਕਾਂ ਔਸਤ ਘੱਟ ਕਿਉਂ ਨਿਕਲਣ ਦੀ ਕੀ ਵਜ੍ਹਾ ਵਾ? ਨੂੰ ਖੁਰਾਕ ਹੀ ਨਹੀਂ ਪਈ। ਖੁਰਾਕ ਨਹੀਂ ਪਈ ਜਾਂ ਮੌਸਮੀ ਨਹੀਂ, ਮੌਸਮ ਤਾਂ ਹੈ, ਮੌਸਮ ਦਾ ਅਮਲ ਦਖਲ ਤਾਂ ਬਹੁਤ ਜ਼ਿਆਦਾ ਹੈ ਨਾ। ਹਾਂਜੀ, ਤੁਸੀਂ ਦੇਖੋ ਨਾ, ਅਗਲਾ ਸਾਲ ਤੁਸੀਂ ਦੇਖੋ ਜਿਹੜਾ ਅਗਲਾ ਸਾਲ ਆ ਰਿਹਾ, ਹਾਂਜੀ, ਉਹਦੇ 'ਚ ਇੰਡੀਆ 'ਚ ਬਾਰਿਸ਼ ਹੋਣੀ ਹੈ ਲੇਕਿਨ ਸਾਡੇ ਨਹੀਂ ਹੋਣੀ। ਉਹ ਕੀ ਵਜ੍ਹਾ? ਉਹਦੀ ਵਜ੍ਹਾ ਅਸੀਂ ਜ਼ਕਾਤ ਨਹੀਂ ਦਿੱਤੀ, ਅਸੀਂ ਊਸ਼ੀਅਰ ਨਹੀਂ ਦਿੱਤਾ। ਗਰੀਬ ਸਾਡੇ, ਮੈਂ ਤੁਹਾਨੂੰ ਹੱਸਦਿਆਂ ਗੱਲ ਸੁਣਾਵਾਂ। ਅੱਗੇ ਨਾ ਪਿਛਲੇ ਸਾਲ ਜਿਹੜੇ ਆ ਨਵੀਦ ਨੂੰ ਪੁੱਛ ਲਓ, ਪਿਛਲੇ ਸਾਲ ਸਾਡੇ ਅਫਤਾਰੀਆਂ ਇੰਨੀਆਂ ਹੁੰਦੀਆਂ ਸੀ ਕਿ ਅਸੀਂ ਜਨਾਬ ਜਿਹੜਾ ਨਾ, ਜਦੋਂ ਦਾ ਮੈਂ ਬਾਹਰੋਂ ਆਇਆ, ਇੰਨੀਆਂ ਅਫਤਾਰੀਆਂ ਹੁੰਦੀਆਂ ਸੀ ਕਿ ਕੋਈ ਦਿਨ ਖਾਲੀ ਨਹੀਂ ਸੀ ਜਾਂਦਾ। ਕਦੀ ਕਿਤੇ ਦਾਵਤ, ਕਦੀ ਕਿਤੇ ਸ਼ਾਮ ਨੂੰ ਦਾਵਤ, ਕਦੇ ਕਿਤੇ ਦਾਵਤ। ਆਹ ਜਿਹੜੇ ਰੋਜ਼ੇ ਗੁਜ਼ਰ ਗਏ ਨਾ 22, ਅੱਜ 22 ਮੈਂ, ਅੱਜ ਸ਼ਾਮ ਨੂੰ ਦਾਵਤ ਮਿਲੀ ਹੈ ਤੇ ਅੱਗੇ 2 ਹੋਰ ਮਿਲੀਆਂ, ਬਸ ਦਾਵਤ ਸ਼ਬਦ ਖਤਮ। ਲੋਕਾਂ ਕੋਲ ਪੈਸੇ ਨਹੀਂ ਹੈਗੇ ਭਾਈ, ਹਕੀਕਤ ਗੱਲ ਕਰ। ਨਹੀਂ ਫੌਜੀ ਸਾਹਿਬ, ਜਿਹੜਾ ਝਾੜ ਘੱਟ ਦੀ ਤੁਸੀਂ ਗੱਲ ਕਰਨ ਡਏ ਜੇ, ਤੁਸੀਂ ਸਮਝਦੇ ਵੀ ਜ਼ਿਮੀਂਦਾਰ ਦੇ ਐਰਕਾਂ ਉਹ ਹਾਲਾਤ ਨਹੀਂ, ਉਹ ਰਿਸਕ ਹੀ ਨਹੀਂ ਲਿਆ। ਆ ਤਾਂ ਇਹਨਾਂ ਦੇ ਮੁੰਡੇ ਬੰਡੇ ਥੋੜੇ ਜਿਹੇ ਨਾ, ਆਹ ਤੁਹਾਨੂੰ ਸਿੱਟੇ ਚਾਰਨ ਵਾਲੇ ਨਜ਼ਰ ਆਉਂਦੇ ਨਾ, ਹਾਂਜੀ, ਇਹ ਨੰਬਰਦਾਰ ਵੀ ਹੈ, ਨਾਲੇ ਇਹਨਾਂ ਦਾ ਰਕਬਾ ਜਿਹੜਾ ਨਾ ਸੜਕ ਦੇ ਉੱਤੇ ਹੈ। ਉਹ ਥੋੜੀ ਜਿਹੀ ਗਰਤ ਵੀ ਬੰਦੇ ਨੂੰ ਆਉਂਦੀ, ਯਾਰ ਇਹਨੂੰ ਤਾਂ ਭੈਣ ਨੂੰ ਸੁੱਟਣਾ, ਲੋਕੀ ਤੰਗ ਸੜਕ ਦੇ ਨਾਲ ਲੋਕੀ ਮਖੌਲ ਕਰਦੇ ਆ। ਸੜਕ ਦੇ ਬਈ ਯਾਰ ਤੇਰੀ ਕੰਮ ਸੜਕ ਦੇ ਨਾਲ ਬੰਨਾ ਵਿੰਗਾ ਪਾਇਆ ਹੋਵੇ ਨਾ, ਤੇ ਬਾਬੇ ਮਾਰਦੇ ਛਿੱਤਰ ਵੀ ਕੋਈ ਲੰਘੇ ਰੱਖੇ ਦਾ ਵੀ ਚੰਗਾ ਜ਼ਿਮੀਂਦਾਰ ਬੰਨੇ ਸਾਰੇ ਵਿੰਗੇ ਪਾਏ। ਇਸ ਤੋਂ ਪਈ ਇਹਨਾਂ ਨੂੰ ਕਣਕਾਂ ਨੂੰ ਖੁਰਾਕ ਖਰੂਕ ਚੱਜ ਨਾਲ ਨਹੀਂ ਪਈ ਹੈ, ਐਵੇਂ ਪੂੜਾ ਮਾਰਨਾ। ਅੱਛਾ ਫੌਜੀ ਸਾਹਿਬ, ਅਗਰ ਜ਼ਿਮੀਂਦਾਰ ਨੂੰ ਆਸ ਉਮੀਦ ਹੁੰਦੀ ਵੀ ਇਹਦਾ ਰੇਟ ਪੂਰਾ ਮਿਲੇਗਾ, ਮੁਆਵਜ਼ਾ ਮਿਲੇਗਾ, ਤੇ ਫਿਰ ਇਹਦਾ ਝਾੜ ਵੀ ਆਟੋਮੈਟਿਕ ਬਿਹਤਰ ਹੋ ਜਾਏਗਾ। ਜ਼ਾਹਿਰ ਹੈ, ਇਹ 'ਚ ਕੋਈ ਸ਼ੱਕ ਨਹੀਂ। ਸ਼ੌਕ ਨਾਲ ਹਰ ਬੰਦਾ ਜ਼ਿਮੀਂਦਾਰ ਖਰਚਾ, ਕੋਈ ਵੀ ਚੀਜ਼ ਨਾ ਸ਼ੌਕ ਹੈ। ਮਿਸਾਲ ਦੇ ਤੌਰ ਤੇ ਮੈਂ ਆਪਣੇ ਬੱਚਿਆਂ ਨੂੰ ਕਹਿਣਾ, ਬੱਚੇ ਨੂੰ ਕਹਿਣਾ ਜਾ ਯਾਰ ਰੂਟਾ ਜਾ ਕੇ, ਫਿਰ ਉਹ ਕਹਿੰਦਾ ਯਾਰ ਇਹ ਬੁੜਾ ਰੂਟੇ ਰੱਟੇ ਦੇ ਚੱਕਰ 'ਚ ਪਿਆ, ਲੱਭਣਾ ਤਾਂ ਕੁਛ ਹੈ ਨਹੀਂ ਉਥੋਂ। ਹੁਣ ਨੀਅਤ ਜਿਹੜੀ ਵਡੀਰ ਹੈਗੀ ਨਾ, ਅਸੀਂ ਕਿਸੇ ਨੂੰ ਕਹੀਏ ਨਾ ਵੀ ਕਿੱਲਾ ਪੈਲੀ ਖਰੀਦ ਲਈ, ਉਹ ਕਹਿੰਦਾ ਕਿੰਨੇ ਪੈਸੇ? ਉਹ ਕਹਿੰਦਾ 20 ਲੱਖ ਰੁਪਏ ਦੀ। 1 ਏਕੜ ਕਿੰਨੇ ਦਾ? 20 ਲੱਖ ਦਾ। ਉਹ ਕਹਿੰਦਾ ਜੋ ਆਮ ਇਨਕਮ ਕਿੰਨੀ ਆਏਗੀ? ਤੇ ਸਾਡੇ ਵਰਗਾ ਬੰਦਾ ਕਹਿੰਦਾ ਲੱਖ ਰੁਪਏ। ਉਹ ਕਹਿੰਦਾ ਦਫਾ ਕਰਕੇ ਬੈਂਕ 'ਚ ਜਾ ਕੇ ਜਮ੍ਹਾਂ ਕਰਾ ਨਾ 20 ਲੱਖ ਰੁਪਇਆ, ਫੌਰਨ 20,000 ਰੁਪਇਆ ਤੈਨੂੰ ਮਿਲੇਗਾ ਨਾ। ਮੇਰੀ ਗੱਲ ਨਹੀਂ ਸਮਝ ਆਉਂਦੀ?
ਜੀ ਜੀ ਇਸ ਤੋਂ ਇਹ ਚੱਕਰ ਹੈ। ਯਾਨੀ ਕਿ ਤੁਸੀਂ ਸਮਝਦੇ ਵੀ ਰੇਟ ਨਾ ਹੋਣ ਦੀ ਵਜ੍ਹਾ ਤੋਂ ਹਾਂ। ਜ਼ਿਮੀਦਾਰ ਮਯੂਸ ਨਹੀਂ ਸੀ, ਨਹੀਂ ਮਯੂਸ ਹੀ ਮੌਜੂਦ ਹੈ। ਖਰਚਾ ਨਹੀਂ ਕਰ ਸਕਿਆ। ਯਾਨੀ ਕਿ ਜ਼ਿਮੀਦਾਰ ਨੂੰ ਕਹਿ ਲਓ ਵੀ ਐਰਕਾ ਦੋਵਾਂ ਬੰਨਿਓ ਕੰਮ ਖਰਾਬ ਆ ਉਹਦਾ, ਝਾੜ ਵੱਲੋਂ ਵੀ ਤੇ ਰੇਟ ਵੱਲੋਂ ਵੇ ਵੀ। ਲਓ ਜਨਾਬ, ਤੁਸੀਂ ਤੁਹਾਡੇ ਵੱਲ ਪੈਸੇ ਚਲੇ ਗਏ। ਹਾਂਜੀ ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਉਹਨੂੰ ਉਹ ਦਿਓ। ਮੈਨੂੰ ਕਿਰਾਏ ਦੀ ਜ਼ਰੂਰਤ ਨਹੀਂ, ਮੇਰਾ ਕਿਰਾਇਆ ਨਿਕਲਿਆ, ਮੈਂ ਕੀ ਕਰਨਾ ਕਿਰਾਇਆ? ਸਹੀ ਗੱਲ, ਮੇਰੀ ਗੱਲ ਸਮਝ ਆਉਂਦੀ ਹੈ? ਬਿਲਕੁਲ ਸਹੀ ਗੱਲ। ਮੈਨੂੰ ਚਾਪਰ ਦੀ ਜ਼ਰੂਰਤ ਨਹੀਂ ਹੈ, ਮੇਰਾ ਚਾਪਰ ਨਿਕਲਿਆ ਵੇ, ਮੈਂ ਚਾਪਰ ਕੀ ਕਰਨਾ? ਸਹੀ ਗੱਲ। ਮੇਰੇ ਕੋਲ ਗਾਜੀ ਟਰੈਕਟਰ, ਮੈਂ ਚਾਪਰ ਨੂੰ ਕੀ ਕਰਨਾ ਹੈ? ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝੋ। ਮੈਨੂੰ ਹੱਲਾਂ ਦੀ ਜ਼ਰੂਰਤ ਹੈ ਤੇ ਮੈਂ ਹੱਲਾਂ ਵਾਸਤੇ ਖੁਦ ਚੱਲ ਕੇ ਜਾਵਾਂ ਉੱਥੇ। ਪੰਜਾਬ ਬੈਂਕ ਨੂੰ ਕਹੋ ਵੀ ਉਹਦੇ ਨਾਲ ਉਹਨਾਂ ਨਾਲ ਰਾਬਤੇ 'ਚ ਹੋ ਜਾਣ। ਪੰਜਾਬ ਬੈਂਕ ਹੀ ਕਰਜ਼ਾ ਦਿੰਦਾ, ਸਾਰਾ ਕੁਝ ਕਰਦਾ, ਠੀਕ ਹੈ ਜੀ। ਮੈਨੂੰ ਕੋਈ ਟਾਈਮ ਦੇ ਦੇਣ, ਜੇ ਇਹ ਪਾਲਿਸੀ ਨਹੀਂ ਲੈਣਾ ਚਾਹੁੰਦੇ ਮੇਰੀ ਦਰਖਾਸਤ ਦੀ ਪਾਲਿਸੀ ਦੇ ਦੇਣ, ਠੀਕ ਹੈ ਜੀ, ਕਿ ਮੈਨੂੰ ਹੱਲਾਂ ਦੀ ਜ਼ਰੂਰਤ ਹੈ ਜੀ, ਮੈਨੂੰ ਕਿਰਾਏ ਦੀ ਜ਼ਰੂਰਤ ਹੈ, ਮੈਨੂੰ ਰੋਟਾਵਾਟਰ ਦੀ ਜ਼ਰੂਰਤ ਹੈ, ਮੈਨੂੰ 25% ਦੇਣ, ਮੈਨੂੰ 10% ਦੇਣ, ਮੈਨੂੰ 20% ਦੇਣ, ਜਿੰਨੀ ਵੀ ਉਹ ਸਬਸਿਡੀ ਦੇਣਾ ਚਾਹੁੰਦੇ। ਜੀ ਜੀ। ਇੰਡੀਆ ਦੇ ਵਿੱਚ ਕੀ ਹੈ? ਇੰਡੀਆ 'ਚ 24 ਘੰਟਿਆਂ ਦੇ ਵਿੱਚ ਅਗਲੇ ਨੂੰ ਚੀਜ਼ ਮਿਲ ਜਾਂਦੀ। ਵੈਰੀ ਗੁੱਡ। ਕਿਉਂ ਮਿਲਦੀ ਹੈ ਯਾਰ? ਬਾਕੀ ਚੀਜ਼ਾਂ ਤੁਸੀਂ ਬਾਹਰੋਂ ਸਿੱਖ ਲੈਣੇ ਤੇ ਇਹ ਨਹੀਂ ਸਿੱਖ ਸਕਦੇ। ਹਾਂ, ਜ਼ਿਮੀਂਦਾਰੀ ਦਾ ਕੁਝ ਨਹੀਂ ਸਿੱਖ ਸਕਦੇ ਤੁਸੀਂ, ਬਿਲਕੁਲ ਬਿਲਕੁਲ। ਖੁਦਾ ਵਾਸਤੇ, ਠੀਕ ਹੈ ਜੀ। ਜਿੰਨੇ ਅਰਬ ਰੁਪਈਆ ਤੁਸੀਂ ਸਬਸਿਡੀ ਦਿੱਤੀ ਹੈ ਅੱਗੇ, ਠੀਕ ਹੈ ਜੀ, ਅੱਛਾ ਕੰਮ ਕੀਤਾ ਤੁਸੀਂ। 9,500 ਟਰੈਕਟਰ ਦਿੱਤਾ ਲੋਕਾਂ ਨੂੰ, ਲੋਕਾਂ ਦੇ ਘਰਾਂ 'ਚ ਗਿਆ, ਲੇਕਿਨ ਉਹਨਾਂ ਦਾ ਵੀ ਗਿਆ ਜਿਨ੍ਹਾਂ ਦੇ ਕੋਲੇ ਦੋ ਪਹਿਲੋਂ ਵੀ ਹੈਗੇ ਆ। ਇੰਜ ਹੀ ਗੱਲ ਹੈ, ਇਹ ਵੀ ਛਾਣਬੀਨ ਕਰਨੀ ਚਾਹੀਦੀ ਵੀ ਜਿਹਦੇ ਕੋਲ ਪਹਿਲਾਂ ਹੈ ਉਹਦੇ ਕੋਲ ਪਹੁੰਚ ਗਿਆ। ਉਹਦੇ ਕੋਲੇ ਪਹੁੰਚ ਗਿਆ, ਠੀਕ ਹੈ ਜੀ। ਦੂਸਰੇ ਨੰਬਰ ਤੇ ਇੱਕ ਹਕੂਮਤ ਪੰਜਾਬ ਨੂੰ ਮੇਰੀ ਰਿਕੁਐਸਟ ਵੀ ਹੈ, ਕੀ ਪਤਾ ਆਵਾਜ਼ ਪਹੁੰਚ ਜਾਵੇ, ਪਰ ਔਖੀ ਜੀ ਗੱਲ ਹੈ, ਪਹੁੰਚਦੀ ਨਹੀਂ ਹੁੰਦੀ ਛੇਤੀ ਦਾ। ਚਲ ਕੀ ਪਤਾ ਪਹੁੰਚ ਜਾਵੇ ਕਿ ਆ ਜਿਹੜਾ ਹੈਗਾ ਨਾ ਗੱਡੀਆਂ ਵਾਲਾ ਸਿਸਟਮ, ਖਾਸ ਕਰ ਟਰੈਕਟਰਾਂ ਵਾਲਾ, ਇਹਨੂੰ ਵਨ ਸੈਟਰ ਕਰੋ। ਆਹ ਬਾਇਓਮੈਟ੍ਰਿਕ ਜਿਹੜਾ ਕਾਗਜ਼ ਸਾਡੇ ਕੋਲੇ ਹੈਗੇ ਆ, ਫਾਈਲਾਂ ਸਾਡੇ ਕੋਲੇ ਆ, ਕਾਪੀਆਂ ਸਾਡੇ ਕੋਲੇ ਆ, ਤੇ ਟਰੈਕਟਰ ਕਿਸੇ ਹੋਰ ਦੇ ਨਾਂ ਤੇ ਆ। ਲਿਹਾਜ਼ਾ ਉਹ ਮਾਲਕ ਕਈ ਮਰ ਗਏ ਆ। ਬਰਾਏ ਮਿਹਰਬਾਨੀ ਕਰਕੇ ਕੀ ਕਰੋ, ਇਹਨੂੰ ਬਾਇਓਮੈਟ੍ਰਿਕ ਨੂੰ ਖਤਮ ਕਰੋ। ਉਸ ਬੰਦੇ ਦੀ ਬਾਇਓਮੈਟ੍ਰਿਕ ਲਓ ਜਿਸ ਬੰਦੇ ਕੋਲੇ ਪੂਰੇ ਡਾਕੂਮੈਂਟ ਹੈ, ਠੀਕ ਹੈ ਜੀ। ਤੇ ਖੁਦਾ ਵਾਸਤੇ ਥੋੜਾ ਜਿਹਾ ਇਸ ਬੰਨੇ ਵੀ ਧਿਆਨ ਕਰੋ। ਕੋਈ ਛਿੱਲੜ ਵੀ ਚਾਰ ਆਉਣਗੇ ਇਹਨਾਂ ਨੂੰ, ਬਿਲਕੁਲ ਬਿਲਕੁਲ। ਠੀਕ ਹੈ ਜੀ। ਜਿੱਥੇ ਉਹਦੀ ਫੀਸ ਰੱਖਣੀ ਹੈ, ਤੁਸੀਂ 10,000 ਰੱਖਣੀ ਉੱਥੇ 20,000 ਰੱਖ ਦਿਓ, 30,000 ਰੱਖ ਦਿਓ, 40 ਰੱਖ ਦਿਓ, 50 ਰੱਖ ਦਿਓ, ਜਿੰਨੇ ਮਰਜ਼ੀ ਰੱਖੋ, ਫੀਸ ਰੱਖੋ ਉਹਦੀ। ਲਿਹਾਜ਼ਾ ਲੋਕੀ ਜਿਹੜਾ ਉਹ ਆਪਣੇ ਟਰੈਕਟਰ ਟਰੂਕਟਰ ਆਪਣੇ ਨਾ ਕਰਾਉਣ। ਬਾਕੀ ਫੌਜੀ ਸਾਹਿਬ ਆਪਾਂ ਗੱਲ ਕਰਨੀ ਹੈ ਮੇਨ ਆਈਏ ਗੰਦਮ ਦੇ ਉੱਤੇ। ਪਿਛਲੇ ਸਾਲ ਨਾਲ ਇਹ ਕੰਪੇਅਰ ਕਰੀਏ ਤੇ ਇਸ ਸਾਲ ਕੀ ਤੁਹਾਡੀ ਸੂਰਤ-ਏ-ਹਾਲ, ਤੁਹਾਨੂੰ ਕੀ ਨਜ਼ਰ ਆ ਰਿਹਾ? ਕੋਈ ਰੇਟ ਮਿਲੇਗਾ, ਕੋਈ ਬਿਹਤਰੀ ਹੋਏਗੀ ਜ਼ਿਮੀਂਦਾਰਾਂ ਵਾਸਤੇ ਕਿ ਜੋ ਇਹਨਾਂ ਨੂੰ ਲੋਲੀਪੌਪ ਦਿੱਤਾ ਗਿਆ ਵਾ, ਜੋ ਇਹਨਾਂ ਨਾਲ ਵਾਅਦੇ ਕੀਤੇ ਗਏ ਨੇ ਉਹ ਪੂਰੇ ਹੁੰਦੇ ਨਜ਼ਰ ਆ ਰਹੇ ਨੇ? ਕੀ ਤੁਹਾਡੇ ਬੜੇ ਅਸਲ 'ਚ ਨਾ ਕੁਝ ਚੀਜ਼ਾਂ ਪਿੱਛੇ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਦਲੀਲ ਤੇ ਲਈ ਜਾਂਦੀ ਹੈ। ਮਿਸਾਲ ਦੇ ਤੌਰ ਤੇ ਅਸੀਂ ਗੰਨੇ ਦੀ ਦਲੀਲ ਦੇ ਸਕਦੇ ਹਾਂ ਜੀ ਜੀ। ਕਿ ਗੰਨੇ ਨਾਲ ਕੀ ਹੋਇਆ। ਗੰਨਾ ਪਹਿਲਾਂ 300, 350, 400, ਆਖਰੀ 3 ਦਿਨ 700 ਨੂੰ ਗੰਨਾ ਵੀ ਵਿਕਿਆ। ਹਾਂ ਇੰਜ ਹੀ ਗੱਲ ਹੈ। 500 ਨੂੰ ਗੰਨਾ ਵੀ ਵਿਕਿਆ, ਲੇਕਿਨ ਆਖਰੀ ਹਫਤਾ ਜਿਹੜਾ 500 ਨੂੰ ਵਿਕਿਆ, ਆਖਰੀ ਹਫਤਾ ਇਦਾਂ ਹੀ ਭਾਈ ਨਵੀਦ ਜੀ ਜੀ। ਤੇ ਆਖਰੀ 3 ਦਿਨ ਗੰਨਾ ਕਿੰਨੇ ਦਾ ਵਿਕਿਆ? 700 ਨੂੰ, ਕੁਝ ਮਿਲਾਂ ਦੇ ਵਿੱਚ। ਅੱਛਾ ਜੀ, ਉਹ